ਇਹ ਗਵਰਨਮੈਂਟ ਨੇ ਬੜੇ ਵਿਦਆਊਟ ਲੀਗਲ ਐਡਵਾਈਸਿਸ ਜਾਂ ਇਹਨਾਂ ਨੇ ਪ੍ਰੋਪਰ ਥਾਟ ਪ੍ਰੋਸੈਸ ਨਹੀਂ ਯੂਜ਼ ਕੀਤਾ ਜਿਸ ਨੂੰ ਇਸ ਪਾਲਿਸੀ ਨੂੰ ਲਿਆਉਣ ਵਾਸਤੇ। ਇਹ ਗਵਰਨਮੈਂਟ ਨੇ ਇਸ ਵਾਰ ਜਿਹੜਾ ਐਕਸਪੈਕਟੇਸ਼ਨ ਕੀਤੀ ਸੀ ਕਿ ਇਸ ਵਾਰ ਅਸੀਂ ਪਾਲਿਸੀ ਵਿੱਚੋਂ 9 ਮੰਥ ਦੀ ਪਾਲਿਸੀ ਦੇ ਵਿੱਚ 9000 ਔਡ ਕਰੋੜ ਦਾ ਅਸੀਂ ਰੈਵਨਿਊ ਜਨਰੇਟ ਕਰਾਂਗੇ। ਪਾਲਿਸੀ ਦੇ ਵਿੱਚ ਲਾਸਟ ਈਅਰ ਪਾਲਿਸੀ ਵਿੱਚ 7500 ਕਰੋੜ ਰੁਪਏ ਦਾ ਰੈਵਨਿਊ ਜਨਰੇਸ਼ਨ ਦੀ ਐਕਸਪੈਕਟੇਸ਼ਨ ਸੀ ਗਵਰਨਮੈਂਟ ਦੀਆਂ ਔਰ ਇੱਕ ਸਾਲ ਵਾਸਤੇ ਸੀਗੀ। ਸਰਕਾਰ ਦੀ ਗੱਲ ਕਰ ਰਹੇ ਕਾਂਗਰਸ ਸਰਕਾਰ ਇਸ ਸਾਲ ਦੀ ਗਵਰਨਮੈਂਟ ਦੇ ਵਿੱਚ ਇਹ ਇਹਨਾਂ ਨੂੰ 9 ਮਹੀਨੇ ਦੇ ਵਿੱਚ 9000 ਕਰੋੜ ਕਹਿ ਰਹੇ ਨੇ। ਪਲੱਸ ਇਹਦੇ ਵਿੱਚ ਉਹਦਾ ਫਲੋ ਕੀ ਹੋਇਆ ਕਿ ਇਹਨਾਂ ਨੇ ਇਹਦੇ ਵਿੱਚ ਐਕਸਾਈਜ਼ ਦਾ ਜੋ ਇੱਕ ਡਿਊਟੀ ਸੀਗੀ ਔਨ ਅ ਨਾਰਮਲ ਪਰਸਨ ਉਹ ਖਤਮ ਕਰਤੀ। ਸੋ ਅਸੀਂ ਇਸ ਨੂੰ ਇਸੀ ਬੇਸਿਸ ਤੇ ਚੈਲੰਜ ਕੀਤਾ ਸੀਗਾ। ਦੇयर ਆਰ 4-5 ਟੈਕਨੀਕਲ ਪੁਆਇੰਟਸ ਜਿਨ੍ਹਾਂ ਨੂੰ ਅਸੀਂ ਚੈਲੰਜ ਕੀਤਾ ਹੈ। 1, ਇਹਨਾਂ ਨੇ ਇਸ ਵਾਰ ਜੋ ਲਿਕਰ ਦਾ ਜੋ L1 ਲਾਇਸੈਂਸ ਸੀਗਾ ਉਹ ਨਾਰਮਲੀ ਜਿਹੜਾ ਪਿਛਲੀ ਪਾਲਿਸੀ ਵਿੱਚ 25 ਲੱਖ ਰੁਪਏ ਦਾ ਸੀਗਾ ਉਹ ਇਸ ਵਾਰ 4 ਕਰੋੜ ਦਾ ਕਰਤਾ। ਸੋ ਆਮ ਆਦਮੀ ਦੀ ਰੀਚ ਵਿੱਚ ਜੋ ਇੱਥੇ ਓਲਡ ਵੈਂਡਰ ਸੀਗੇ ਜਾਂ ਜੋ L1 ਲੈਂਦੇ ਸੀਗੇ ਇਹਨਾਂ ਨੇ ਉਹਦੀ ਅਪਰੋਚ ਤੋਂ ਬਾਹਰ ਕੱਢਤਾ ਬਿਕੋਜ਼ ਦੇ ਆਲਸੋ ਵਾਂਟ ਕਿ ਬਿਗ ਹਾਊਸਸ ਜਿਹੜੇ ਹੈਗੇ ਬਿਜ਼ਨਸ ਹਾਊਸਸ ਹਨ ਉਹ ਦਿੱਲੀ ਤੋਂ ਇੱਥੇ ਆਉਣ ਔਰ ਉਹ ਇਨਵੈਸਟ ਕਰਨ ਇਹਦੇ ਵਿੱਚ। ਕਿਉਂਕਿ ਇਹ ਜੋ ਇਹਨਾਂ ਦੀ ਇਹ ਬੇਸਿਕ ਜੋ ਕਿ ਤੁਸੀਂ ਇਹਦਾ ਪੜ੍ਹੋਗੇ ਅਗਰ ਵਾਸ ਅ ਕਨਸੈਪਟ ਬਿਹਾਈਂਡ ਦਿਸ ਪਾਲਿਸੀ ਵਾਸ ਟੂ ਟੇਕ ਅਵੇ ਦ ਮੋਨੋਪੋਲੀ ਕਿ ਅਸੀਂ ਇਸ ਵਾਰ ਨੇ ਜਿਹੜੇ ਲੋਕਲ ਪੁਰਾਣੇ ਸੀਗੇ ਉਹਨਾਂ ਨੇ ਮੋਨੋਪੋਲੀ ਖਤਮ ਕਰਤੀ ਰਾਦਰ ਬੀਇੰਗ ਇਹ ਮੋਨੋਪੋਲੀ ਪ੍ਰਮੋਟਿੰਗ ਪਾਲਿਸੀ ਹੈ। ਤੁਸੀਂ ਸਾਰੇ ਬਿਗ ਹਾਊਸਸ ਲੈ ਕੇ ਆ ਰਹੇ ਹੋ, ਤੁਸੀਂ ਆਮ ਵੈਂਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਿਕੋਜ਼ ਜੋ ਪਹਿਲੇ ਵੈਂਡਰ ਵਿੱਚ ਪਹਿਲੇ ਜੋ ਡਰਾ ਆਫ ਲੋਟਸ ਹੁੰਦਾ ਸੀਗਾ ਤੁਸੀਂ ਉਹ ਖਤਮ ਕਰਕੇ ਆਕਸ਼ਨ ਕਰਤੀ। ਸੋ ਬਿਗ ਹਾਊਸਸ ਕਮ ਉਹ ਆਕਸ਼ਨ ਤੇ ਲੈਣਗੇ ਜਿੰਨੀ ਮਰਜ਼ੀ ਆਕਸ਼ਨ ਵਧਾ ਲੈਣ। ਸੈਕੰਡਲੀ ਇਹਨਾਂ ਨੇ ਜਿਹੜਾ 4 L1 ਲਾਇਸੈਂਸ ਜਿਹੜਾ 25 ਲੱਖ ਤੋਂ 4 ਕਰੋੜ ਕਰਤਾ। ਥਰਡਲੀ ਜਿਹੜੀ ਤੁਸੀਂ ਲਿਕਰ ਘਟਾ ਦੀ ਰੇਟ ਘਟਾਤਾ ਹਾਫ ਕਹਿੰਦੇ ਜੋ ਇਹਨੂੰ ਕਹਿੰਦੇ 50% ਘਟ ਗਿਆ ਜੀ ਰੇਟ। ਉਹ ਰੇਟ ਜਿਹੜਾ ਲਿਕਰ ਦਾ ਘਟਾਉਣ ਨਾਲ ਗਵਰਨਮੈਂਟ ਨੂੰ ਬਹੁਤ ਵੱਡਾ ਲਾਸ ਹੈ। ਗਵਰਨਮੈਂਟ ਨਹੀਂ ਸਮਝੀ 2016 ਵਿੱਚ ਵੀ ਗਵਰਨਮੈਂਟ ਨੇ ਪੰਗਾ ਲਿੱਤਾ ਸੀ ਇੱਕ ਵਾਰ ਔਰ ਉਸ ਟਾਈਮ ਵੀ ਇਟ ਵਾਸ ਅ ਬਿਗ ਫਲॉप ਪਾਲਿਸੀ ਔਰ ਗਵਰਨਮੈਂਟ ਨੂੰ ਹਿਊਜ ਲਾਸ ਹੋਇਆ ਸੀ। ਅੱਜ ਤੱਕ ਲਿਟੀਗੇਸ਼ਨ ਚੱਲ ਰਹੀਆਂ ਵੈਂਡਰਸ ਦੀਆਂ ਗਵਰਨਮੈਂਟ ਦੇ ਨਾਲ ਬਿਕੋਜ਼ ਐਕਸਾਈਜ਼ ਉਹਨਾਂ ਨੇ ਟੈਕਸ ਪੇ ਹੀ ਨਹੀਂ ਕੀਤਾ ਗਵਰਨਮੈਂਟ ਨੂੰ। ਦਿੱਲੀ ਵਿੱਚ ਵੀ ਇਹ ਪਾਲਿਸੀ ਫਲॉप ਹੋਈ ਹੈ। ਦਿੱਲੀ ਵਿੱਚ ਵੀ ਉਹਨਾਂ ਨੇ ਈਵਨ ਗਵਰਨਮੈਂਟ ਨੇ ਇੱਕ ਵਾਰ ਇਹ ਵੀ ਕਹਿਤਾ ਸੀ ਕਿ ਅਸੀਂ ਇਹ ਪਾਲਿਸੀ ਰਿਕਾਲ ਕਰ ਰਹੇ ਹਾਂ ਬਿਕੋਜ਼ ਉੱਥੇ ਲਿਕਰ ਵਿੱਚ ਇਹਨਾਂ ਨੇ ਕੋਈ ਪ੍ਰਾਈਵੇਟ ਵੈਂਡਰਸ ਨੇ ਲਿਕਰ ਵੈਂਡਸ ਨਹੀਂ ਖਰੀਦੇ ਇਸ ਵਾਰ ਉਹ ਸਿਰਫ ਗਵਰਨਮੈਂਟ ਹੀ ਆਪ ਵੇਚ ਰਹੀ ਹੈ ਜੋ ਕਰ ਰਹੀ ਕਿਉਂਕਿ ਉਹਨਾਂ ਕੋਲ ਪੋਸੀਬਲ ਨਹੀਂ। ਨਾਓ ਉਹੀ ਵੈਂਡਰਸ ਜਿਹੜੇ ਉੱਥੇ ਡਿਫਾਲਟਰ ਸੀਗੇ ਜੋ ਦਿੱਲੀ ਵਿੱਚ ਡਿਫਾਲਟ ਕਰ ਰਹੇ ਹੈ ਜੋ ਦਿੱਲੀ ਵਿੱਚ ਜਿਨ੍ਹਾਂ ਦਾ ਨਾਮ CBI ਵਿੱਚ ਆਇਆ ਉਹੀ ਪੰਜਾਬ ਵਿੱਚ ਵੀ ਆਕਸ਼ਨ ਵਿੱਚ ਲੈ ਰਹੇ ਉਹਨਾਂ ਨੇ ਕਈ ਵੈਂਡਰਸ ਉਹਨਾਂ ਨੇ ਹੀ ਲਿੱਤੇ ਹੋਏ। ਸੋ ਡੈਫੀਨਿਟਲੀ ਦੇਰ ਵਿਲ ਬੀ ਅ ਕਨਸਪੀਰੇਸੀ ਸ਼ੋਨ ਅਗਰ ਇੱਕ ਵਾਰ ਰਿਪੋਰਟ ਆਏਗੀ ਉਸ ਤੋਂ ਬਾਅਦ ਪਤਾ ਹੋਏਗਾ ਕੀ ਐਗਜ਼ੈਕਟਲੀ ਆਇਆ ਪਰ in that we cannot comment on that ਕੀ ਹੋਇਆ but yes there is a even we are also listening these news and then reports are coming so there's ਹੁਣ ਸਾਡੇ 27 ਸਪਟੈਂਬਰ ਨੂੰ ਹਾਈ ਕੋਰਟ ਡੇਟ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ ਬਜਟ ਦੇ ਵਿੱਚ ਉਹਨਾਂ ਨੇ ਰੱਖਿਆ ਸੀ ਕਿ ਸਟੇਟ ਦਾ ਜਿਹੜਾ ਰੈਵਨਿਊ ਹੈ ਉਹ ਵਧਾਇਆ ਜਾਏਗਾ ਜਿਸ ਦੇ ਲਈ ਮਾਈਨਿੰਗ ਪਾਲਿਸੀ ਤੇ ਜਿਹੜੀ ਐਕਸਾਈਜ਼ ਪਾਲਿਸੀ ਹੈ ਉਸ ਦੀ ਗੱਲ ਕੀਤੀ ਗਈ। ਲੇਕਿਨ ਇਹ ਐਕਸਾਈਜ਼ ਪਾਲਿਸੀ ਇਸ ਤੇ ਸਵਾਲ ਚੁੱਕੇ ਜਾ ਰਹੇ ਨੇ। ਸਵਾਲ ਇਸ ਕਰਕੇ ਚੁੱਕੇ ਜਾ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉੱਥੇ ਵੀ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਲੇਕਿਨ ਹੁਣ ਉਹ CBI ਦੇ ਸ਼ਿਕੰਜੇ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਕਿ ਆਖਿਰ ਉਹੀ ਲੋਕ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਐਕਸਾਈਜ਼ ਪਾਲਿਸੀ ਨੂੰ ਲਾਗੂ ਕਰਵਾ ਚੁੱਕੇ ਨੇ ਤੇ ਹਾਲਾਂਕਿ ਇਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕਾਫੀ ਪਹਿਲੇ ਜਿਹੜੀ ਹੈ ਪਟੀਸ਼ਨਸ ਫਾਈਲ ਹੋ ਗਈਆਂ ਸੀ। ਸਾਡੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਦਿਲਪ੍ਰੀਤ ਸਿੰਘ ਗਾਦੀ। ਸਰ ਸਤਿ ਸ਼੍ਰੀ ਅਕਾਲ, ਪੰਜਾਬ ਟੁਡੇ 'ਚ ਤੁਹਾਡਾ ਸਵਾਗਤ ਹੈ। ਦਿਲਪ੍ਰੀਤ ਸਰ ਅਸੀਂ ਗੱਲ ਕਰਦੇ ਹਾਂ ਐਕਸਾਈਜ਼ ਪਾਲਿਸੀ ਦੀ। ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਕਰਜ਼ਾ ਬਹੁਤ ਜ਼ਿਆਦਾ ਚੜਿਆ ਹੈ ਤੇ ਸਰਕਾਰਾਂ ਗੱਲ ਤਾਂ ਕਰਦੀਆਂ ਕਿ ਐਕਸਾਈਜ਼ ਪਾਲਿਸੀ ਦੇ ਨਾਲ ਪੰਜਾਬ ਨੂੰ ਰੈਵਨਿਊ ਹੋਏਗਾ। ਇਸ ਪਾਲਿਸੀ ਦੇ ਵਿੱਚ ਕੀ ਕੁਝ ਅਜਿਹੀ ਚੀਜ਼ਾਂ ਨੇ ਖਾਮੀਆਂ ਨੇ ਜਿਸ ਨੂੰ ਲੈ ਕੇ ਪਟੀਸ਼ਨਸ ਫਾਈਲ ਕੀਤੀ ਗਈ ਸੀ? ਜੋ ਇਹ ਪਾਲਿਸੀ ਇਸ ਵਾਰ ਆਈ ਐਕਸਾਈਜ਼ ਪਾਲਿਸੀ ਇਹ ਗਵਰਨਮੈਂਟ ਨੇ ਬੜੇ ਵਿਦਆਊਟ ਲੀਗਲ ਐਡਵਾਈਸਿਸ ਜਾਂ ਇਹਨਾਂ ਨੇ ਪ੍ਰੋਪਰ ਥਾਟ ਪ੍ਰੋਸੈਸ ਨਹੀਂ ਯੂਜ਼ ਕੀਤਾ ਜਿਸ ਨੂੰ ਇਸ ਪਾਲਿਸੀ ਨੂੰ ਲਿਆਉਣ ਵਾਸਤੇ। ਇਹ ਗਵਰਨਮੈਂਟ ਨੇ ਇਸ ਵਾਰ ਜਿਹੜਾ ਐਕਸਪੈਕਟੇਸ਼ਨ ਕੀਤੀ ਸੀ ਕਿ ਇਸ ਵਾਰ ਅਸੀਂ ਪਾਲਿਸੀ ਵਿੱਚੋਂ 9 ਮੰਥ ਦੀ ਪਾਲਿਸੀ ਦੇ ਵਿੱਚ 9000 ਔਡ ਕਰੋੜ ਦਾ ਅਸੀਂ ਰੈਵਨਿਊ ਜਨਰੇਟ ਕਰਾਂਗੇ ਵਿਚ ਇਜ਼ ਅਦਰਵਾਈਜ਼ ਨੈਕਸਟ ਟੂ ਪੋਸੀਬਲ ਫॉर द ਰੀਜ਼ਨ ਦੈਟ ਇਸ ਪਾਲਿਸੀ ਦੇ ਵਿੱਚ ਲਾਸਟ ਈਅਰ ਪਾਲਿਸੀ ਵਿੱਚ 7500 ਕਰੋੜ ਰੁਪਏ ਦਾ ਰੈਵਨਿਊ ਜਨਰੇਸ਼ਨ ਦੀ ਐਕਸਪੈਕਟੇਸ਼ਨ ਸੀ ਗਵਰਨਮੈਂਟ ਦੀਆਂ ਔਰ ਇੱਕ ਸਾਲ ਵਾਸਤੇ ਸੀਗੀ। ਇਹ ਕਾਂਗਰਸ ਸਰਕਾਰ ਦੀ ਗੱਲ ਕਰ ਰਹੇ ਹਾਂ। ਕਾਂਗਰਸ ਸਰਕਾਰ ਦੀ ਇਸ ਸਾਲ ਦੀ ਗਵਰਨਮੈਂਟ ਦੇ ਵਿੱਚ ਇਹ ਇਹਨਾਂ ਨੂੰ 9 ਮਹੀਨੇ ਦੇ ਵਿੱਚ 9000 ਕਰੋੜ ਕਹਿ ਰਹੇ ਨੇ। ਪਲੱਸ ਇਹਦੇ ਵਿੱਚ ਉਹਦਾ ਫਲॉ ਕੀ ਹੋਇਆ ਕਿ ਇਹਨਾਂ ਨੇ ਇਹਦੇ ਵਿੱਚ ਐਕਸਾਈਜ਼ ਦਾ ਜੋ ਇੱਕ ਡਿਊਟੀ ਸੀਗੀ ਔਨ ਅ ਨਾਰਮਲ ਪਰਸਨ ਉਹ ਖਤਮ ਕਰਤੀ ਵਿਚ ਇਜ਼ ਐਬਸੋਲੂਟਲੀ ਰੋਂਗ ਬਿਕੋਜ਼ ਤੁਸੀਂ ਜਦੋਂ ਕੋਈ ਵੀ ਜਿਹੜੇ ਟਬੈਕੋ ਹੈ ਜਾਂ ਜੋ ਲਿਕਰ ਹੈ ਇਨ ਸਭ ਦੇ ਉੱਪਰ ਜੋ ਟੈਕਸਿਸ ਕੱਟ ਕਰ ਦੋਗੇ ਉਹਦੇ ਨਾਲ ਲੋਕਾਂ ਦੀ ਕੰਜ਼ੰਪਸ਼ਨ ਵੱਧ ਜਾਂਦੀ ਹੈ। ਸੋ ਅਸੀਂ ਇਸ ਨੂੰ ਇਸੀ ਬੇਸਿਸ ਤੇ ਚੈਲੰਜ ਕੀਤਾ ਸੀਗਾ। ਦੇयर ਆਰ 4-5 ਟੈਕਨੀਕਲ ਪੁਆਇੰਟਸ ਜਿਨ੍ਹਾਂ ਨੂੰ ਅਸੀਂ ਚੈਲੰਜ ਕੀਤਾ ਹੈ। 1, ਇਹਨਾਂ ਨੇ ਇਸ ਵਾਰ ਜੋ ਲਿਕਰ ਦਾ ਜੋ L1 ਲਾਇਸੈਂਸ ਸੀਗਾ ਉਹ ਨਾਰਮਲੀ ਜਿਹੜਾ ਪਿਛਲੀ ਪਾਲਿਸੀ ਵਿੱਚ 25 ਲੱਖ ਰੁਪਏ ਦਾ ਸੀਗਾ ਉਹ ਇਸ ਵਾਰ 4 ਕਰੋੜ ਦਾ ਕਰਤਾ।
ਸੋ ਆਮ ਆਦਮੀ ਦੀ ਰੀਚ ਵਿੱਚ ਜੋ ਇੱਥੇ ਓਲਡ ਵੈਂਡਰ ਸੀਗੇ ਜਾਂ ਜੋ L1 ਲੈਂਦੇ ਸੀਗੇ, ਇਹਨਾਂ ਨੇ ਉਹਦੀ ਅਪਰੋਚ ਤੋਂ ਬਾਹਰ ਕੱਢਤਾ, ਬਿਕੋਜ਼ ਦੇ ਆਲਸੋ ਵਾਂਟ ਕਿ ਬਿਗ ਹਾਊਸਸ ਜਿਹੜੇ ਹੈਗੇ ਬਿਜ਼ਨਸ ਹਾਊਸਸ ਹਨ ਉਹ ਦਿੱਲੀ ਤੋਂ ਇੱਥੇ ਆਉਣ ਔਰ ਉਹ ਇਨਵੈਸਟ ਕਰਨ ਇਹਦੇ ਵਿੱਚ। ਕਿਉਂਕਿ ਇਹ ਜੋ ਇਹਨਾਂ ਦੀ ਇਹ ਬੇਸਿਕ ਜੋ ਹੈ, ਤੁਸੀਂ ਇਹਦਾ ਪੜ੍ਹੋਗੇ ਅਗਰ ਕਿ ਵਾਟ ਵਾਸ ਅ ਕੰਸੈਪਟ ਬਿਹਾਈਂਡ ਦਿਸ ਪੋਲਿਸੀ ਵਾਸ ਟੂ ਟੇਕ ਅਵੇ ਦ ਮੋਨੋਪੋਲੀ, ਕਿ ਅਸੀਂ ਇਸ ਵਾਰ ਨੇ ਜਿਹੜੇ ਲੋਕਲ ਪੁਰਾਣੇ ਸੀਗੇ ਉਹਨਾਂ ਨੇ ਮੋਨੋਪੋਲੀ ਖਤਮ ਕਰਨੀ, ਰਾਦਰ ਬੀਇੰਗ ਇਹ ਮੋਨੋਪੋਲੀ ਪ੍ਰਮੋਟਿੰਗ ਪੋਲਿਸੀ ਹੈ। ਤੁਸੀਂ ਸਾਰੇ ਬਿਗ ਹਾਊਸਸ ਲੈ ਕੇ ਆ ਰਹੇ ਹੋ, ਤੁਸੀਂ ਆਮ ਵੈਂਡਰ ਨੂੰ ਤਾਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਬਿਕੋਜ਼ ਜੋ ਪਹਿਲੇ ਵੈਂਡਰ ਵਿੱਚ ਪਹਿਲੇ ਜੋ ਡਰਾਅ ਆਫ ਲੋਟਸ ਹੁੰਦਾ ਸੀਗਾ ਤੁਸੀਂ ਉਹ ਖਤਮ ਕਰਕੇ ਆਕਸ਼ਨ ਕਰਤੀ। ਸੋ ਬਿਗ ਹਾਊਸਸ ਕਮ, ਉਹ ਆਕਸ਼ਨ ਤੇ ਲੈਣਗੇ, ਜਿੰਨੀ ਮਰਜ਼ੀ ਆਕਸ਼ਨ ਵਧਾ ਲੈਣ। ਸੈਕੰਡਲੀ ਇਹਨਾਂ ਨੇ ਜਿਹੜਾ 4 L1 ਲਾਇਸੈਂਸ ਜਿਹੜਾ 25 ਲੱਖ ਤੋਂ 4 ਕਰੋੜ ਕਰਤਾ। ਥਰਡਲੀ ਜਿਹੜੀ ਤੁਸੀਂ ਲਿਕਰ ਘਟਾ ਦੀ ਰੇਟ ਘਟਾਤਾ, ਹਾਫ ਕਹਿੰਦੇ ਜੋ ਇਹਨੂੰ ਕਹਿੰਦੇ 50% ਘਟ ਗਿਆ ਜੀ ਰੇਟ। ਉਹ ਰੇਟ ਜਿਹੜਾ ਲਿਕਰ ਦਾ ਘਟਾਉਣ ਨਾਲ ਗਵਰਨਮੈਂਟ ਨੂੰ ਬਹੁਤ ਵੱਡਾ ਲਾਸ ਹੈ। ਗਵਰਨਮੈਂਟ ਨਹੀਂ ਸਮਝੀ ਹੈ, 2016 ਵਿੱਚ ਵੀ ਗਵਰਨਮੈਂਟ ਨੇ ਪੰਗਾ ਲਿੱਤਾ ਸੀ ਇੱਕ ਵਾਰ, ਔਰ ਉਸ ਟਾਈਮ ਵੀ ਇਟ ਵਾਸ ਅ ਬਿਗ ਫਲॉप ਪੋਲਿਸੀ ਔਰ ਗਵਰਨਮੈਂਟ ਨੂੰ ਹਿਊਜ ਲਾਸ ਹੋਇਆ ਸੀ। ਅੱਜ ਤੱਕ ਲਿਟੀਗੇਸ਼ਨ ਚੱਲ ਰਹੀਆਂ ਵੈਂਡਰਸ ਦੀਆਂ ਗਵਰਨਮੈਂਟ ਦੇ ਨਾਲ, ਬਿਕੋਜ਼ ਐਕਸਾਈਜ਼ ਉਹਨਾਂ ਨੇ ਟੈਕਸ ਪੇ ਹੀ ਨਹੀਂ ਕੀਤਾ ਗਵਰਨਮੈਂਟ ਨੂੰ। ਕਿਉਂ ਹੋਇਆ ਕੀ ਸੀ ਕਿ ਇਹਨਾਂ ਨੇ ਦੋ ਚੀਜ਼ਾਂ ਗਲਤ ਕਰਤੀਆਂ। ਇੱਕ ਜਿਹੜੀ ਕੈਪਿੰਗ ਹੈ, ਇੱਕ ਪਹਿਲੇ ਹਮੇਸ਼ਾ ਇਹ ਹੁੰਦਾ ਸੀਗਾ ਕਿ ਵਾਟ ਵਾਸ ਅ ਕੈਪਿੰਗ ਫॉर ਕਿ ਤੁਸੀਂ ਇੰਨੀ ਹੀ ਮੈਕਸਿਮਮ ਦਾਰੂ ਵੇਚ ਸਕਦੇ ਹੋ। ਦਿਸ ਟਾਈਮ ਦੇ ਰਿਮੂਵ ਦੈਟ capping. Now ਉਸ removal ਦੇ ਨਾਲ ਕੀ ਹੋ ਗਿਆ ਕਿ every vendor will buy more liquor to sell more, and at the end of the day ਜੋ ਸਾਲ ਖਤਮ ਹੋਇਆ ਨਹੀਂ ਵਿਕੀ, then they will not pay the tax to the government, ਉਹ defaulters ਹੋਣਗੇ। Secondly, ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਲਿਕਰ ਦਾ ਰੇਟ ਅੱਧਾ ਕਰਤਾ, ਐਕਸਾਈਜ਼ ਡਿਊਟੀ ਖਤਮ ਕਰਕੇ ਅੱਧਾ ਰੇਟ ਕਰਤਾ, ਪਰ ਤੁਸੀਂ ਰੈਵਨਿਊ ਜਨਰੇਸ਼ਨ ਐਕਸਪੈਕਟੇਸ਼ਨ 9,000 ਕਰੋੜ ਦੀ ਕਰਤੀ। So now what will happen this will happen is ਕਿ ਜੋ ਲਿਕਰ ਇੱਕ ਵੈਂਡਰ ਜਿਹੜਾ ਪਹਿਲੇ ਇੱਕ ਬੋਤਲ ਵੇਚਦਾ ਸੀਗਾ ਉਹਨੂੰ ਉਹੀ ਰੈਵਨਿਊ ਜਨਰੇਟ ਕਰਨ ਵਾਸਤੇ ਇਸ ਵਾਰ ਉਹਨੂੰ 3 ਬੋਤਲਾਂ ਵੇਚਣੀ ਪੈਣੀਆਂ, 2.5 ਤੋਂ 3 ਬੋਤਲ। ਐਂਡ ਪਬਲਿਕ ਤਾਂ ਉਨੀ ਹੈ, ਪੀਣ ਵਾਲੇ ਵੀ ਉਨੇ ਨੇ। ਇਟ ਮੀਨਸ ਕਿ ਉਹ ਐਕਸਪੈਕਟ ਹੈ, ਗਵਰਨਮੈਂਟ ਨੂੰ ਐਕਸਪੈਕਟੇਸ਼ਨ ਹੈ ਕਿ ਬਾਹਰ ਜਾ ਕੇ ਸਮਗਲਿੰਗ ਹੋਏਗੀ, ਉੱਥੋਂ ਪੈਸਾ ਆਏਗਾ, ਇਲੀਗਲ ਤਰੀਕੇ ਨਾਲ ਰੈਵਨਿਊ ਜਨਰੇਟ ਹੋਏਗਾ। ਦੈਟ ਇਜ਼ ਓਨਲੀ ਵੇ ਕਿ ਰੈਵਨਿਊ ਜਨਰੇਟ, ਅਦਰਵਾਈਜ਼ ਰੈਵਨਿਊ ਜਨਰੇਟ ਹੋ ਹੀ ਨਹੀਂ ਸਕਦਾ ਇੰਨਾ ਜਿੰਨਾ ਐਕਸਪੈਕਟ ਕਰ ਰਹੇ ਨੇ। ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਵਿੱਚ ਵੀ ਇਹੀ ਐਕਸਾਈਜ਼ ਪਾਲਿਸੀ ਲਾਗੂ ਸੀਗੀ। ਹੁਣ ਅਸੀਂ ਦੇਖਿਆ ਪਿਛਲੇ ਦਿਨੇ ਜਿਹੜੇ ਜਦ ਕੁਝ ਵੀ ਹੋਇਆ CBI ਵੱਲੋਂ ਜਿਹੜੇ ਉੱਥੇ ਜਾਂਚ ਚੱਲ ਰਹੀ, ਹਾਲਾਂਕਿ ਉਸ ਜਾਂਚ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਵੀ ਕਾਫੀ ਨਾਂ ਸ਼ਾਮਿਲ ਨੇ ਤੇ ਜਾਂਚ ਚੱਲ ਰਹੀ ਹੈ ਫਿਲਹਾਲ। ਤੇ ਕੀ ਅਜਿਹਾ ਇਸ ਚੀਜ਼ ਨੂੰ ਮੰਨ ਕੇ ਚੱਲ ਸਕਦੇ ਕਿ ਪੰਜਾਬ ਦੇ ਵਿੱਚ ਵੀ ਉਹੀ ਚੀਜ਼ਾਂ ਹੋਈਆਂ ਹੋਣੀਆਂ? ਡੈਫੀਨੇਟਲੀ, ਕਿਉਂਕਿ ਦਿੱਲੀ ਵਿੱਚ ਵੀ ਇਹ ਪਾਲਿਸੀ ਫਲॉप ਹੋਈ ਹੈ। ਦਿੱਲੀ ਵਿੱਚ ਵੀ ਉਹਨਾਂ ਨੇ ਈਵਨ ਗਵਰਨਮੈਂਟ ਨੇ ਇੱਕ ਵਾਰ ਇਹ ਵੀ ਕਹਿਤਾ ਸੀ ਕਿ ਅਸੀਂ ਇਹ ਪਾਲਿਸੀ ਰਿਕਾਲ ਕਰ ਰਹੇ ਹਾਂ, ਬਿਕੋਜ਼ ਉੱਥੇ ਲਿਕਰ ਵਿੱਚ ਇਹਨਾਂ ਨੇ ਕੋਈ ਪ੍ਰਾਈਵੇਟ ਵੈਂਡਰਸ ਨੇ ਲਿਕਰ ਵੈਂਡਸ ਨਹੀਂ ਖਰੀਦੇ ਇਸ ਵਾਰ, ਉਹ ਸਿਰਫ ਗਵਰਨਮੈਂਟ ਹੀ ਆਪ ਵੇਚ ਰਹੀ ਹੈ ਜੋ ਕਰ ਰਹੀ, ਕਿਉਂਕਿ ਉਹਨਾਂ ਕੋਲ ਪੋਸੀਬਲ ਨਹੀਂ। ਨਾਓ ਉਹੀ ਵੈਂਡਰਸ ਜਿਹੜੇ ਉੱਥੇ ਡਿਫਾਲਟਰ ਸੀਗੇ, ਜੋ ਦਿੱਲੀ ਵਿੱਚ ਡਿਫਾਲਟ ਕਰ ਰਹੇ ਹੈ, ਜੋ ਦਿੱਲੀ ਵਿੱਚ ਜਿਨ੍ਹਾਂ ਦਾ ਨਾਮ CBI ਵਿੱਚ ਆਇਆ, ਉਹੀ ਪੰਜਾਬ ਵਿੱਚ ਵੀ ਆਕਸ਼ਨ ਵਿੱਚ ਲੈ ਰਹੇ ਆ। ਉਹਨਾਂ ਨੇ ਕਈ ਵੈਂਡਸ ਉਹਨਾਂ ਨੇ ਹੀ ਲਿੱਤੇ ਹੋਏ। ਸੋ ਡੈਫੀਨੇਟਲੀ ਦੇਰ ਵਿਲ ਬੀ ਅ ਕਨਸਪੀਰੇਸੀ ਸ਼ੋਨ। ਅਗਰ ਇੱਕ ਵਾਰ ਰਿਪੋਰਟ ਆਏਗੀ ਉਸ ਤੋਂ ਬਾਅਦ ਪਤਾ ਹੋਏਗਾ ਕੀ ਐਗਜ਼ੈਕਟਲੀ ਆਇਆ, ਪਰ ਇਨ ਦੈਟ ਕੈਨ ਵੀ ਕੈਨੋਟ ਕਮੈਂਟ ਔਨ ਦੈਟ ਕਿ ਕੀ ਹੋਇਆ। But yes, there is even we are also listening these news and then reports are coming. So there's ਹੁਣ ਸਾਡੇ 27 ਸਪਟੈਂਬਰ ਨੂੰ ਹਾਈ ਕੋਰਟ ਡੇਟ ਹੈ, ਇਹ ਸਾਰੀ ਚੀਜ਼ਾਂ ਆਉਣਗੀਆਂ, ਡੈਫੀਨੇਟਲੀ ਆਉਣਗੀਆਂ। ਦੂਜੀ ਚੀਜ਼ ਇਹ ਹੈ, ਜਦ ਪਟੀਸ਼ਨ ਫਾਈਲ ਕੀਤੀ ਸੀ ਪੰਜਾਬ ਸਰਕਾਰ ਨੂੰ ਨੋਟਿਸ ਵੀ ਹੋਇਆ ਹੈ, ਕੀ ਕੁਝ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ ਹੈ? ਜੋ ਗਵਰਨਮੈਂਟ ਨੇ ਅਜੇ ਤੱਕ ਜਵਾਬ ਦਿੱਤਾ ਉਹਦੇ ਵਿੱਚ ਤੇ ਦੇ ਆਰ ਜਸਟ ਰਿਫਿਊਜ਼ਿੰਗ ਐਵਰੀ ਆਸਪੈਕਟ ਕਿ ਜੀ ਇਸ ਤਰ੍ਹਾਂ ਨਹੀਂ ਹੋਏਗਾ, ਰੈਵਨਿਊ ਅਸੀਂ ਜਨਰੇਟ ਕਰਕੇ ਹੋਏਗਾ ਹੀ ਹੋਏਗਾ। ਇਟਸ ਅ ਵੈਰੀ ਪੋਜ਼ਿਟਿਵ ਪੋਲਿਸੀ, ਬਟ ਦੇ ਆਰ ਨਾਟ ਅੰਡਰਸਟੈਂਡਿੰਗ ਕਿ ਦਿਸ ਇਜ਼ ਅ ਲਿਕਰ ਪ੍ਰਮੋਟਿੰਗ ਪੋਲਿਸੀ। There are two aspects, ਇੱਕ ਤਾਂ ਗਵਰਨਮੈਂਟ ਦਾ ਰੈਵਨਿਊ ਜਨਰੇਸ਼ਨ, ਲੀਗਲੀ ਇਲੀਗਲ ਆਸਪੈਕਟ। ਸੈਕਿੰਡ, ਤੁਸੀਂ ਕਹਿ ਵੀ ਨਹੀਂ ਦੇਖ ਰਹੇ ਹੋ ਕਿ ਜਿਹੜਾ ਪੀਸ ਪੰਜਾਬ 'ਚ ਖਤਮ ਹੋ ਰਿਹਾ, ਜਿਹੜਾ ਅਸੀਂ ਕਹਿ ਰਹੇ ਗੂਨ ਕਲਚਰ ਆ ਰਿਹਾ ਹੈ ਜਾਂ ਅਸੀਂ ਲਿਕਰ ਕਲਚਰ ਆ ਰਿਹਾ, ਡੋਮੈਸਟਿਕ ਵਾਇਲੈਂਸ ਬਹੁਤ ਵੱਧ ਰਿਹਾ ਹੈ, ਰੋਡ ਐਕਸੀਡੈਂਟਸ ਬਹੁਤ ਵੱਧ ਰਹੇ ਹੈ, ਇੱਥੇ ਆਊਟਰੇਜਿੰਗ ਹੋ ਰਹੀ ਹੈ, ਸ਼ਾਮੀ ਲੜਕੇ ਇਕੱਠੇ ਹੋ ਜਾਂਦੇ ਨੇ। ਦਿਸ ਆਲ ਬਿਕੋਜ਼ ਆਫ ਦਾ ਡੋਮੀਨੈਂਸ ਆਫ ਲਿਕਰ। ਅੱਜ ਦੀ ਡਰੱਗਸ ਇੱਕ ਆਸਪੈਕਟ ਹੈ, ਕਹਿੰਦੇ ਜੀ ਡਰੱਗਸ ਬਹੁਤ ਵੱਧ ਗਿਆ ਜੀ, ਅਸੀਂ ਇਹਨੂੰ ਕਨਵਰਟ ਕਰਾਂਗੇ ਕਿ ਲੋਕ ਡਰੱਗਸ ਦੀ ਜਗ੍ਹਾ ਲਿਕਰ ਲੈਣ। But this is something very obnoxious. This you cannot say ਕਿ ਇੱਕ ਨਸ਼ਾ ਛੁਡਾ ਕੇ ਦੂਜੇ ਨਸ਼ਾ ਲਾਣਾ ਅਸੀਂ ਕਿਸੇ ਨੂੰ। ਸੋ ਇਹ ਬੜੀ ਵੇਗ ਜੀ ਪਾਲਿਸੀ ਬਣਾਈ ਹੈ ਗਵਰਨਮੈਂਟ, ਜਿਹਦੇ ਵਿੱਚ they are not even comfortable ਕਿ ਉਹਨਾਂ ਨੂੰ ਆਪ ਨਹੀਂ ਸਮਝ ਆ ਰਿਹਾ ਸੀ ਹੁਣ ਕੀ ਕਹੀਏ, ਅਸੀਂ ਪੰਗਾ ਲੈ ਲਿਆ ਤੇ they most probably they have to withdraw and we are also expecting ਕਿ ਕੋਰਟ ਇਹਨੂੰ ਕੰਸੀਡਰ ਕਰੇਗੀ। ਦੂਜੀ ਗੱਲ ਇਹ ਵੀ ਹੈ ਕਿ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ, ਹਾਲਾਂਕਿ ਜਿਹੜਾ ਕੋਰਟ 'ਚ ਪਟੀਸ਼ਨ ਤਾਂ ਆਈ ਹੈ, ਲੇਕਿਨ ਹੁਣ ਦੁਬਾਰਾ ਤੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਵਿੱਚ ਜਿਹੜਾ ਹੈ ਕਾਫੀ ਕੁਝ ਧਾਂਦਲੀਆਂ ਹੋਈਆਂ ਨੇ। ਲੇਕਿਨ ਜਦ ਕੋਈ ਪਾਲਿਸੀ ਬਣਦੀ ਹੈ ਕਿ ਕੁਝ ਐਕਸਪੈਕਟ ਜਾਂ ਜਿਹੜੇ ਨੋਰਮਸ ਹੈ ਉਹ ਫੋਲੋ ਕੀਤੇ ਜਾਂਦੇ, ਖਾਸ ਕਰ ਠੇਕੇ ਕਿਤੇ ਖੁੱਲ੍ਹਣੇ ਚਾਹੀਦੇ, ਕਿਉਂਕਿ ਹਾਈਵੇ 'ਤੇ ਪਹਿਲੇ ਇਹ ਸੀਗਾ ਕਿ ਠੇਕੇ ਇੰਨੇ ਨਹੀਂ ਹੋਣੇ ਚਾਹੀਦੇ। ਹੁਣ ਕੀ ਕੁਝ ਇਸ ਪਾਲਿਸੀ ਦੇ ਆਧਾਰ 'ਤੇ ਹੈ ਤੇ ਜਿਹੜੇ ਗਾਈਡਲਾਈਨਸ ਨੇ ਜਾਂ ਜਿਹੜੇ ਨਿਯਮ ਨੇ ਉਹ ਕੀ ਕਹਿੰਦੇ ਨੇ? ਜੋ ਲੇਟੈਸਟ ਆ ਚੁੱਕਾ ਹੈ ਉਹ ਐਗਜ਼ੰਪਸ਼ਨ, ਉਹ ਇੱਕ ਪਾਲਿਸੀ, ਇੱਕ ਰਿਟ ਫਾਈਲ ਹੋਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਉਹ
PLV ਸਾਡੇ ਨਾਲ ਕਨੈਕਟ ਹੋਈ ਹੈ। ਉਹਦੇ ਵਿੱਚ ਆਇਆ ਸੀਗਾ ਕਿ ਉਹ ਜਿਹੜੇ ਹਾਈਵੇ ਤੇ ਨਹੀਂ ਹੋਣੇ ਚਾਹੀਦੇ ਜਾਂ 100 ਮੀਟਰ ਦੂਰ ਹੀ ਹੋਏਗਾ, ਉਹ ਇਸ ਟਾਈਮ ਨਹੀਂ, ਕਿਉਂਕਿ ਹੁਣ ਅਸੀਂ ਵੀ ਰੈਗੂਲਰ ਦੇਖ ਰਹੇ ਹਾਂ ਕਿ ਹਰ ਹਾਈਵੇ ਦੇ ਨਾਲ ਬਣ ਰਹੇ ਨੇ ਠੇਕੇ। ਸੋ ਇਨ ਦੈਟ ਕੇਸ ਉਹ ਦੈਟ ਇਜ਼ ਨਾਟ ਅਵੇਲੇਬਲ ਨਾਓ। ਉਹੀ ਇੱਕ ਰੀਜ਼ਨ ਹੈ ਹੁਣ ਜੋ ਇਹ ਲਿਕਰ ਸਸਤੀ ਵਾਲਾ ਕਹਿ ਰਹੇ ਨੇ, ਹੁਣ ਜਿੰਨੀਆਂ ਵੀ ਨੇਬਰ ਸਟੇਟਸ ਹਨ ਹੁਣ ਇਹ ਉੱਥੇ ਐਕਸਪੋਰਟ ਹੋਣੀ ਹੈ, ਲਿਕਰ ਉੱਥੇ ਜਾ ਰਹੀ ਹੈ, ਕਿਉਂਕਿ ਸਸਤੀ ਇੰਨੀ ਸਸਤੀ ਮਿਲਣੀ ਨਹੀਂ ਕਿਤੇ ਹੋਰ ਕਿਸੇ ਨੂੰ। ਸੋ ਦਿਸ ਇਜ਼ ਦਾ ਵੇ ਜਿਹਦੇ ਨਾਲ ਇਸ ਵਾਰ ਕਾਫੀ ਜ਼ਿਆਦਾ ਤੁਹਾਡਾ ਕੀ ਕਹਿੰਦੇ ਸਮਗਲਿੰਗ ਸ਼ੁਰੂ ਹੋ ਜਾਏਗੀ ਇਹਦੇ ਨਾਲ। ਸਮਗਲਿੰਗ ਨੂੰ ਲੈ ਕੇ ਸਰਕਾਰ ਨੇ ਕਿਹਾ ਸੀ, ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਇੱਕ ਟਾਸਕ ਫੋਰਸ ਬਣਾਵਾਂਗੇ ਕਿ ਬਾਰਡਰ ਏਰੀਆਜ਼ ਦੇ ਵਿੱਚ ਜਿਹੜਾ ਹੈ ਦੇਖੇਗੀ ਕਿ ਕਿਸੇ ਤਰੀਕੇ ਦੇ ਨਾਲ ਸਮਗਲਿੰਗ ਨਾ ਹੋਣ। ਪੁਲਿਸ ਦਾ ਕਿੰਨਾ ਕੀ ਅਹਿਮ ਰੋਲ ਮੰਨਦੇ ਹੋ ਤੇ ਕਿੰਨਾ ਕੀ ਨਿਭਾਇਆ ਜਾਂਦਾ ਹੈ? ਅਹਿਮ ਰੋਲ ਤੇ ਹੈ ਜੀ, ਬਿਕੋਜ਼ ਵੀ ਆਰ ਆਲਸੋ ਸੀਇੰਗ ਕਿ ਪਰ ਅਸੀਂ ਤੁਸੀਂ ਜਦ ਤੋਂ ਇਹ ਗਵਰਨਮੈਂਟ ਸ਼ੁਰੂ ਹੋਈ ਹੈ, ਜਦੋਂ ਗਵਰਨਮੈਂਟ ਆਇਆ ਜੋ ਇਹ ਕਹਿ ਰਹੇ ਟਾਸਕ ਫੋਰਸਿਸ ਬਣਾ ਰਹੇ, ਵੀ ਹੈਵਨਟ ਸੀਨ ਮਚ ਆਫ ਦ FIRs। ਤੁਸੀਂ ਵੀ ਨਿਊਜ਼ ਵਿੱਚ ਹੋ, ਅਸੀਂ ਵੀ ਰੈਗੂਲਰ ਦੇਖ ਰਹੇ ਹਾਂ, ਜਾਂ ਸਾਡੇ ਕੋਲ ਬੇਸਿਕਲੀ ਹਾਈ ਕੋਰਟ ਤੇ ਆਉਂਦੇ ਹੀ ਹੈ ਕੇਸਿਸ, ਸਾਨੂੰ ਪਤਾ ਲੱਗ ਜਾਂਦਾ ਕਿ ਹਾਈ ਕੋਰਟ ਬੇਲਸ ਲੱਗ ਰਹੀ ਹੈ ਰੈਗੂਲਰ, ਪਰ ਵੀ ਆਰ ਨਾਟ ਸੀਇੰਗ ਮਚ ਆਫ ਦ FIRs, ਵੀ ਆਰ ਨਾਟ ਸੀਇੰਗ ਮਚ ਆਫ ਦ ਰਿਕਵਰੀ। ਡਰਗ ਰਿਕਵਰੀ ਹੈ, ਔਰ ਡਰਗ ਰਿਕਵਰੀ ਇਸ ਵਾਸਤੇ ਨਹੀਂ, ਉਹ ਕਹਿੰਦੇ ਉਹਨਾਂ ਨੇ ਕਿਉਂਕਿ ਸਪੈਸੀਫਿਕਲੀ ਕਿਹਾ ਸੀ ਲਿਕਰ ਵਾਸਤੇ। ਡਰਗ ਰਿਕਵਰੀ ਪੰਜਾਬ 'ਚ ਅਸੀਂ ਦੇਖੀ ਹੈ, ਪਿਛਲੇ ਦਿਨਾਂ 'ਚ ਵੀ ਕਾਫੀ ਹੋਇਆ ਇਸ਼ੂ, ਇੱਥੋਂ ਜਾਮਨਗਰ ਵਗੈਰਾ ਵਾਲੇ ਸਾਈਡ ਤੋਂ ਹੋਇਆ, ਬਟ ਲਿਕਰ ਵਾਸਤੇ ਅਸੀਂ ਵੀ ਹੈਵਨਟ ਸੀਨ ਮਚ ਆਫ ਦ ਨਿਊਜ਼ ਜੋ ਇਹ ਸ਼ੋਅ ਕਰਦੀ ਹੋਵੇ ਕਿ ਐਕਚੁਅਲੀ ਬਹੁਤ ਵੱਡਾ ਰੈਕਟ ਕੋਈ ਪਕੜਿਆ ਗਿਆ ਲਿਕਰ ਦਾ, ਜਾਂ ਐਕਚੁਅਲੀ ਬਹੁਤ ਵੱਡੇ ਕੋਈ ਰੈਕਟ ਪਕੜਿਆ ਗਿਆ ਜਾਂ ਕੁਝ ਕੰਸਾਈਨਮੈਂਟ ਮਿਲਿਆ ਹੋਵੇ, ਇਸ ਤਰ੍ਹਾਂ ਦਾ ਕੁਝ ਨਹੀਂ ਆਇਆ ਅਜੇ ਤੱਕ। ਦੂਜੀ ਗੱਲ ਇਹ ਹੈ, ਜਿਹੜੇ ਠੇਕੇ ਛੋਟੇ ਠੇਕੇ ਵਾਲੇ ਨੇ ਜਾਂ ਜਿਹੜੇ ਕਿ ਪਹਿਲਾਂ ਆਪਣੇ ਪੈਸਿਆਂ ਦੇ ਨਾਲ ਜੋੜ ਮੋੜ ਕੇ ਲੈਂਦੇ ਸੀਗੇ, ਟੈਂਡਰ ਜਿਹਨੂੰ ਕਹੀਏ, ਹੁਣ ਉਹ ਸਿਸਟਮ ਖਤਮ ਹੋ ਗਿਆ ਤੇ ਉਹਨਾਂ ਨੂੰ ਕਿੰਨਾ ਕੀ ਨੁਕਸਾਨ ਹੋ ਰਿਹਾ ਤੇ ਕਿੰਨੇ ਕੀ ਅਜਿਹੇ ਠੇਕੇਦਾਰ ਹੋਣਗੇ? ਨਹੀਂ, ਬਹੁਤ ਜ਼ਿਆਦਾ ਹੈਵੀ ਲਾਸ ਹੈ ਜੀ, ਬਿਕੋਜ਼ ਫਰਸਟ ਟਾਈਮ ਇਟ ਵਾਜ਼ ਆਲ ਲਿਕਰ, ਇੰਡੀਵਿਜੂਅਲ ਲਿਕਰ ਵੈਂਡਰ। ਦਿਸ ਟਾਈਮ ਇਟ ਹੈਪਨ ਕਿ ਇਸ ਵਾਰ ਤੁਹਾਨੂੰ 30 ਕਰੋੜ ਰੁਪਏ ਦਾ ਇੱਕ ਵੋਲਿਊਮ ਹੈ, ਉਹ 30 ਕਰੋੜ ਰੁਪਏ ਇਟਸ ਨਾਟ ਪੋਸੀਬਲ ਫॉर ਇੰਡੀਵਿਜੂਅਲ ਪਰਸਨ ਟੂ ਬਾਏ। ਸਿਰਫ 10-15 ਬੰਦੇ ਇਕੱਠੇ ਹੋ ਕੇ ਇੱਕ ਲੈਣਗੇ ਅਗਰ, ਔਰ ਉਹ ਵੀ ਪਤਾ ਨਹੀਂ ਕਿ ਉਹਨਾਂ ਦੀ ਆਪਸ ਕਿੰਨੀ ਕੰਪੈਟੇਬਿਲਿਟੀ ਰਹਿੰਦੀ ਹੈ, ਐਂਡ ਦੇਰ ਵਿਲ ਬੀ ਡਿਸਪਿਊਟ ਓਨਲੀ, ਔਰ ਉਹਦਾ ਐਂਡ ਆਫ ਦਾ ਡੇ ਲਾਸ ਗਵਰਨਮੈਂਟ ਨੂੰ ਹੀ ਆਉਣਾ, ਬਿਕੋਜ਼ ਉਹਦੇ ਵਿੱਚ ਸਿਰਫ ਅਗੇਨ ਇਹੀ ਆਉਂਦਾ ਕਿ ਮੇਰੀ ਲਾਇਬਿਲਿਟੀ ਕਿੰਨੀ ਹੈ ਗਵਰਨਮੈਂਟ ਨੂੰ ਪੇ ਕਰਨ ਦੀ, ਐਂਡ ਐਵਰੀਬਡੀ ਵਿਲ ਬੀ ਇਨ ਡਿਫਾਲਟਰ ਇਨ ਦੈਟ। ਔਰ ਇਸ ਵਾਰ ਵੀ ਇਹੀ ਹੋਇਆ, ਕਾਫੀਆਂ ਨੇ ਤਾਂ ਅਪਲਾਈ ਨਹੀਂ ਕੀਤਾ ਸੀਗਾ। ਸੋ ਇਨ ਦੈਟ ਪਹਿਲੇ ਤੇ ਸ਼ੁਰੂਆਤ ਵਿੱਚ ਨਨ ਆਫ ਦੈਮ ਅਪਲਾਈਡ, ਤੀਜੀ ਚੌਥੀ ਆਕਸ਼ਨ ਵਿੱਚ ਲੋਕਾਂ ਨੇ ਲੈਣੇ ਸ਼ੁਰੂ ਕੀਤੇ ਸੀਗੇ, ਬਿਕੋਜ਼ ਦ ਪੀਪਲ ਹੂ ਕੈਨੋਟ, ਬਿਕੋਜ਼ ਜਿਨ੍ਹਾਂ ਕੋਲ ਇਹੀ ਬਿਜ਼ਨਸ ਹੈ ਉਹ ਕੀ ਕਰ ਸਕਦੇ, ਦੇ ਆਰ ਹੈਲਪਲੈਸ, ਸੋ ਦੇ ਬੌਟ ਦਿਸ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਤੇ ਸਰਕਾਰ ਮਾਈਨਿੰਗ ਪਾਲਿਸੀ ਦੇ ਨਾਲ ਨਾਲ ਐਕਸਾਈਜ਼ ਪਾਲਿਸੀ ਜ਼ਰੂਰ ਲੈ ਕੇ ਆਈ ਹੈ, ਜਿੱਥੇ ਇੱਕ ਪਾਸੇ ਮਾਈਨਿੰਗ ਪਾਲਿਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ, ਜਿੱਥੇ BSF ਨੇ ਇੱਕ ਜਵਾਬ ਦਿੱਤਾ ਸੀ ਕਿ ਉੱਥੋਂ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਦੂਜੇ ਪਾਸੇ ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਜਾਏ, ਪਹਿਲਾਂ ਹੀ ਜਿਹੜਾ ਪੰਜਾਬ ਆਲਰੇਡੀ ਇਤਨੇ ਕਰਜ਼ੇ ਦੇ ਵਿੱਚ ਹੈ ਤੇ ਸਰਕਾਰ ਲੈ ਕੇ ਤਿਆਰ ਹੈ, ਲੇਕਿਨ ਐਕਸਾਈਜ਼ ਪਾਲਿਸੀ ਨੂੰ ਜਿਹੜਾ ਚੈਲੰਜ ਜ਼ਰੂਰ ਕੀਤਾ ਗਿਆ ਹੈ ਤੇ ਹੁਣ ਇਸ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਪੰਜਾਬ ਸਰਕਾਰ ਦੇ ਜਵਾਬ ਤੋਂ ਕਿ ਹਾਈ ਕੋਰਟ ਸੈਟੀਸਫਾਈ ਹੁੰਦਾ ਹੈ, ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਲੇਕਿਨ ਕਿਤੇ ਨਾ ਕਿਤੇ ਇਸ ਪਾਲਿਸੀ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਘਿਰੀ ਵੀ ਜ਼ਰੂਰ ਨਜ਼ਰ ਆ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨਜੀਤ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।